ਨਾਮ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਬਿਲ ਪਕਰੇ ਚਾਤ੍ਰਿਕ ਕੀ ਨਿਆਈ। ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ। ਬਿਨ ਦੇਖੇ ਗੁਰ ਦਰਬਾਰੇ ਜਿਉ। ਹਾਂ ਕੋਲੀ ਜਿਉ ਕੋਲ ਕੁਮਹਾਈ। ਬਿਨ ਸੱਚੇ ਗੁਰ ਦਰਬਾਰੇ ਜਿਉ। ਡੰਡਾਉਤ ਬੰਧਨ ਅਨਕ ਭਾਵ ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜੁਗ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਸਰਵਰੇ ਕਾਇਨਾਤ ਅੰਮ੍ਰਿਤ ਦੇ ਮੁਜੱਸਮੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਬੜੇ ਵੱਡੇ ਭਾਗ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਹਨ ਕਿ ਹਰ ਰੋਜ਼ ਦੀ ਤਰ੍ਹਾਂ ਆਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਪਾਠ ਸਰਵਣ ਕਰਦੇ ਹੋ। ਉਪਰੰਤ ਹਜ਼ੂਰੀ ਰਾਗੀ ਜਥੇ ਪਾਸੋਂ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਬੜੇ ਪ੍ਰੇਮ ਵਿੱਚ ਬੈਠ ਕਰਕੇ ਸਰਵਣ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿੰਨਾਂ ਦੀ ਅੱਜ ਸਾਡੇ ਤੇ ਅਪਾਰ ਬਖਸ਼ਿਸ਼ ਮਿਹਰਮਤ ਹੋਈ ਹੈ। ਉਹਨਾਂ ਨੇ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ਮਾਨ ਹੋ ਕਰਕੇ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ। ਆਓ ਇਹ ਪਾਵਨ ਹੁਕਮਨਾਮਾ ਧਨਾਸਰੀ ਰਾਗ ਦੀ ਜਦੋਂ ਆਰੰਭਤਾ ਹੋਈ ਹੈ, ਇਹ ਆਰੰਭ ਵਿੱਚ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਜੋ ਆਪਾਂ ਹੁਕਮਨਾਮੇ ਦੇ ਰੂਪ ਚ ਸਰਵਣ ਵੀ ਕੀਤਾ ਤੇ ਪੜ੍ਹਿਆ ਵੀ ਹੋਵੇਗਾ। ਆਓ ਇਸ ਪਾਵਨ ਸ਼ਬਦ ਨਾਲ ਜੁੜੀਏ। ਕੋਈ ਵੀ ਰਸਨਾ ਮਾਂਝੀ ਨਾ ਰਹੇ, ਸਾਰੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਧਨਾਸਰੀ ਰਾਗ ਹੈ। ਮਹੱਲਾ, ਇਹਦੇ ਦੋ ਅਰਥ ਕੀਤੇ ਜਾਂਦੇ ਹਨ। ਮਹੱਲ ਭਾਵ ਸਰੀਰ, ਮਹੱਲਾ ਭਾਵ ਉਤਰਨ ਦੀ ਜਗ੍ਹਾ ਜਿੱਥੇ ਸ਼ਬਦ ਬਾਣੀ ਉਤਰੀ ਹੈ। ਪਹਿਲਾ ਗੁਰੂ ਨਾਨਕ ਸਾਹਿਬ ਮਹਾਰਾਜ ਘਰ ਪਹਿਲਾ। ਇਸ ਸ਼ਬਦ ਨੂੰ ਕਿਉਂਕਿ ਰਾਗ ਨਾਲ ਸੰਬੰਧਿਤ ਹੈ, ਧਨਾਸਰੀ ਰਾਗ ਹੈ, ਤੇ ਇਸ ਰਾਗ ਨੂੰ ਗਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਪਹਿਲੇ ਘਰ ਚ ਗਾਉਣ ਦੀ ਤਾਕੀਦ ਕੀਤੀ ਹੈ।
ਚੌਪਦੇ 4 ਪਦਿਆਂ ਵਾਲਾ ਸ਼ਬਦ। ਜਿਵੇਂ ਆਪਾਂ ਸੁਖਮਨੀ ਸਾਹਿਬ ਦੀ ਪਾਵਨ ਗੁਰਬਾਣੀ ਪੜ੍ਹਦੇ, ਸੁਖਮਨੀ ਸਾਹਿਬ ਦੀ ਗੁਰਬਾਣੀ ਦੇ ਵਿੱਚ ਜਦੋਂ ਸ਼ਲੋਕ ਪੜ੍ਹਿਆ ਜਾਂਦਾ ਹੈ, ਸਮਾਪਤੀ ਹੁੰਦੀ ਹੈ, ਤਾਂ ਇੱਕ ਸ਼ਬਦ ਹੁੰਦਾ ਹੈ ਅਸ਼ਟਪਦੀ, ਭਾਵ 8 ਪਦਿਆਂ ਵਾਲਾ ਸ਼ਬਦ। ਇਸੇ ਤਰ੍ਹਾਂ ਚੌਪਦੇ 4 ਪਦਿਆਂ ਵਾਲਾ ਸ਼ਬਦ ਸਤਿਗੁਰੂ ਜੀ ਸ਼ੁਰੂਆਤ ਵਿੱਚ ਅਕਾਲ ਪੁਰਖ ਪਾਤਸ਼ਾਹ ਦੀ ਉਸਤਤ ਵਿੱਚ ਮੰਗਲ ਕਰਦੇ ਨੇ। ਇੱਕ ਓੰਕਾਰ ਪ੍ਰਮਾਤਮਾ ਇੱਕ ਹੈ, ਉਹ ਸਾਰੀ ਜਗ੍ਹਾ ਤੇ, ਹਰ ਇੱਕ ਜਗ੍ਹਾ ਤੇ ਉਹ ਸਰਬ ਕਾਇਨਾਤ ਵਿੱਚ ਵਿਆਪਕ ਹੈ, ਇੱਕ ਰਸ ਭਰਪੂਰ ਹੈ। ਸਤਨਾਮ ਉਹਦਾ ਨਾਮ ਸੱਚਾ ਹੈ। ਕਰਤਾ ਉਹ ਸਭ ਕੁਝ ਬਣਾਉਣ ਵਾਲਾ ਹੈ। ਪੁਰਖ ਉਹ ਬਣਾ ਕੇ ਉਸ ਦੀ ਸੰਭਾਲ ਵੀ ਕਰ ਰਿਹਾ, ਕੇਵਲ ਬਣਾਉਣ ਵਾਲਾ ਵੀ ਨਹੀਂ, ਉਹਦੀ ਸੰਭਾਲ ਕਰ ਰਿਹਾ। ਨਿਰਭਉ ਉਹਦੇ ਅੰਦਰ ਡਰ ਦੀ ਭਾਵਨਾ ਹੀ ਨਹੀਂ। ਹਰ ਇੱਕ ਮਨੁੱਖ, ਹੁਣ ਜਦੋਂ ਆਪਾਂ ਸ਼ਬਦ ਪੜਾਂਗੇ ਅੱਗੇ, ਸ਼ਬਦ ਦੀ ਸ਼ੁਰੂਆਤ ਵਿੱਚ ਹੀ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੇਰੀ ਜਿੰਦ ਡਰਦੀ ਹੈ, ਮੇਰੀ ਜਿੰਦ ਕੰਬਦੀ ਹੈ। ਦੁਨੀਆ ਤੇ ਭਾਵੇਂ ਪਸ਼ੂ ਹੈ, ਭਾਵੇਂ ਪੰਛੀ ਹੈ, ਭਾਵੇਂ ਮਨੁੱਖ ਹੈ, ਇਹ ਹਮੇਸ਼ਾ ਆਪਣੇ ਤੋਂ ਵੱਡੇ ਤੋਂ ਡਰਦਾ ਹੈ, ਹਮੇਸ਼ਾ ਇਹਨੂੰ ਮੌਤ ਤੋਂ ਡਰ ਲੱਗਦਾ ਹੈ। ਪਰ ਸਾਹਿਬ ਕਹਿੰਦੇ ਉਹ ਪਰਮੇਸ਼ਰ ਤਾਂ ਖੁਦ ਮੌਤ ਨੂੰ ਬਣਾਉਣ ਵਾਲਾ ਹੈ, ਉਹਨੂੰ ਕੋਈ ਡਰਾ ਨਹੀਂ ਸਕਦਾ। ਨਿਰਭਉ ਨਿਰਵੈਰ, ਉਹਦਾ ਕਿਸੇ ਨਾਲ ਵੈਰ ਵੀ ਨਹੀਂ, ਵੈਰ ਨਹੀਂ ਹੈ। ਇਹਦੇ ਅਰਥ ਆਪਾਂ ਅੱਗੇ ਜਾ ਕੇ ਵਿਚਾਰਾਂਗੇ। ਅਕਾਲ ਮੂਰਤ, ਉਹਦੀ ਹਸਤੀ ਕਿਹੋ ਜੀ? ਮੂਰਤ ਦਾ ਅਰਥ ਹੈ ਹਸਤੀ, ਸਿਹਾਰੀ ਲੱਗੀ ਹੈ, ਇਸਤਰੀ ਸ਼ਬਦ, ਇਸਤਰੀ ਲਿੰਗ ਸ਼ਬਦ ਹੈ। ਮੂਰਤੀ ਭਾਵ ਮੂਰਤ, ਹਸਤੀ, ਪਰਸਨੈਲਿਟੀ ਭਾਵ ਸ਼ਖਸੀਅਤ, ਉਹ ਪ੍ਰਮਾਤਮਾ ਦੀ ਸ਼ਖਸੀਅਤ ਸਮੇਂ ਤੋਂ ਪਰੇ ਹੈ। ਅਕਾਲ ਮੂਰਤ ਅਜੂਨੀ, ਉਹ ਜੂਨਾ ਵਿੱਚ ਨਹੀਂ ਆਉਂਦਾ। ਤੇ ਫਿਰ ਮਨ 'ਚ ਸ਼ੰਕਾ ਹੋਇਆ, ਜੇ ਉਹਨੂੰ ਕਿਸੇ ਅਜੂਨਾ 'ਚ ਨਹੀਂ ਆਇਆ, ਜੇ ਉਹ ਸਮੇਂ ਤੋਂ ਪਰੇ ਹੈ, ਤੇ ਫਿਰ ਬਣਿਆ ਕਿਵੇਂ? ਸਤਿਗੁਰੂ ਪਾਤਸ਼ਾਹ ਕਹਿੰਦੇ ਸਹਿ ਭੰਗ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ। ਉਸ ਤੋਂ ਬਾਅਦ ਕਹਿੰਦੇ ਇਹ ਪਰਮਾਤਮਾ ਤੱਕ ਪਹੁੰਚਿਆ ਕਿਵੇਂ ਜਾਣਾ ਹੈ, ਇਹਦੇ ਦਰਸ਼ਨ ਕਿਵੇਂ ਹੋਣਗੇ? ਪਰਮਾਤਮਾ ਤੱਕ ਇਹ ਮਨੁੱਖਾ ਜਨਮ ਜੋ ਮਿਲਿਆ, ਮਨੋਰਥ ਪੂਰਾ ਕਿਵੇਂ ਹੋਵੇਗਾ? ਸਤਿਗੁਰੂ ਕਹਿੰਦੇ ਗੁਰੂ ਤੋਂ ਬਿਨਾਂ ਨਹੀਂ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਤੋਂ ਬਿਨਾਂ ਪਰਮੇਸ਼ਰ ਤੱਕ ਪਹੁੰਚਿਆ ਨਹੀਂ ਜਾਣਾ। ਸਤਿਗੁਰੂ ਪਾਤਸ਼ਾਹ ਸ਼ਬਦ ਦੀ ਸ਼ੁਰੂਆਤ ਕਰਦੇ, ਜਿਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਸਿੱਖ ਧਰਮ ਸ਼ੁਰੂਆਤ ਹੀ ਪੁਕਾਰ ਤੋਂ ਹੋਈ ਹੈ। ਸਿੱਖ ਧਰਮ ਦੀ ਸ਼ੁਰੂਆਤ ਇੱਕ ਪੁਕਾਰ ਤੋਂ ਹੋਈ ਹੈ। ਭਾਈ ਗੁਰਦਾਸ ਕਹਿੰਦੇ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਇਸ ਧਰਤੀ ਨੇ ਅਰਦਾਸ ਕੀਤੀ, ਪੁਕਾਰ ਕੀਤੀ। ਤੇ ਪੁਕਾਰ ਕਦੋਂ ਨਿਕਲਦੀ ਹੈ? ਪੁਕਾਰ ਉਦੋਂ ਨਿਕਲਦੀ ਹੈ ਜਦੋਂ ਸਾਰੇ ਹੀਲੇ ਖਤਮ ਹੋ ਜਾਣ, ਜਦੋਂ ਦੁਨੀਆ ਦੇ ਸਾਰੇ ਆਸਰੇ, ਮਾਂ ਪਿਤਾ, ਦੋਸਤ ਮਿੱਤਰ, ਮਾਇਆ ਪਦਾਰਥ, ਜਦੋਂ ਸਾਰੇ ਆਸਰੇ ਛੱਡ ਜਾਣ, ਫਿਰ ਮਨੁੱਖ ਦੇ ਕੋਲ ਇੱਕੋ ਆਸਰਾ ਰਹਿ ਜਾਂਦਾ, ਉਹ ਫਿਰ ਅਰਦਾਸ ਕਰਦਾ। ਉਹ ਅਰਦਾਸ ਕਰਦੇ। ਸਤਿਗੁਰੂ ਕਹਿੰਦੇ ਮੈਂ ਕਿਹਦੇ ਅੱਗੇ ਅਰਦਾਸ ਕਰਾਂ, ਕਿਹਦੇ ਅੱਗੇ ਪੁਕਾਰ ਕਰਾਂ? ਮੇਰੀ ਜਿੰਦ ਕੰਬਦੀ ਹੈ। ਡਰਤ ਦਾ ਅਰਥ ਹੈ ਅੰਦਰ ਕੰਬਣੀ ਛੱਡਦੀ। ਕਾਹਦੇ ਤੋਂ? ਕਿਉਂ ਡਰਦੀ ਹੈ? ਕਿਉਂਕਿ ਦੁੱਖ ਵਿਸਾਰਨ ਸੇਵਿਆ, ਕਿਉਂਕਿ ਅੰਦਰ ਦੁੱਖ ਹੈ। ਮੰਗਿਆ ਤੇ ਗੁਰੂ ਕੋਲੋਂ ਸੁੱਖ ਸੀ, ਪਰ ਪਤਾ ਨਹੀਂ ਦੁੱਖ ਕਿਉਂ ਮਿਲ ਗਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਹੁਣ ਵੇਖੋ ਆਪਾਂ ਸ਼ਬਦ ਉੱਪਰ ਪੜਿਆ ਨਿਰਵੈਰ, ਉਹ ਪਰਮੇਸ਼ਰ। ਜੇ ਆਪਾਂ ਕਹਿੰਦੇ ਵੀ ਰੱਬ ਨੇ ਦੁੱਖ ਦਿੱਤੇ ਨੇ, ਇਹ ਤਾਂ ਰੱਬ ਨੇ ਕਿਸਮਤ ਲਿਖ ਦਿੱਤੀ ਜੀ, ਇਹ ਤਾਂ ਰੱਬ ਨੇ ਲੇਖ ਲਿਖ ਦਿੱਤੇ। ਇਹਦਾ ਮਤਲਬ ਹੈ ਰੱਬ ਵੈਰ ਕਰਦਾ ਹੈ, ਕਿਸੇ ਦੇ ਲੇਖ ਚੰਗੇ ਲਿਖ ਦਿੰਦਾ, ਕਿਸੇ ਦੇ ਮਾੜੇ ਲਿਖ ਦਿੰਦਾ, ਕਿਸੇ ਨੂੰ ਦੁੱਖ ਦੇ ਦਿੰਦਾ, ਕਿਸੇ ਨੂੰ ਸੁੱਖ ਦੇ ਦਿੰਦਾ, ਕਿਸੇ ਨੂੰ ਗਰੀਬ ਰੱਖਦਾ, ਕਿਸੇ ਨੂੰ ਅਮੀਰ ਰੱਖਦਾ। ਨਹੀਂ, ਬਾਬਾ ਜੀ ਕਹਿੰਦੇ ਉਹ ਤੇ ਨਿਰਵੈਰ ਹੈ। ਬੰਦਿਆ ਤੇਰੇ ਆਪਣੇ ਕੀਤੇ ਕਰਮਾਂ ਕਰਕੇ ਤੈਨੂੰ ਦੁੱਖ ਮਿਲਦਾ, ਤੇ ਆਪਣੇ ਚੰਗੇ ਕਰਮਾਂ ਕਰਕੇ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਣੀ। ਬਾਣੀ ਪੜੋ, ਆਪਣੇ ਕੋਲ ਕੁਝ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੁਕਮ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਐ। ਇੱਥੇ ਹੁਕਮ ਦਾ ਅਰਥ ਡਿਕਟੇਟਰਸ਼ਿਪ ਜਾਂ ਹੁਕਮ ਕਰਨ ਵਾਲਾ ਨਹੀਂ, ਇੱਥੇ ਹੁਕਮ ਦਾ ਅਰਥ ਹੈ ਨਿਯਮ।
ਜਿਹੜਾ ਪਰਮਾਤਮਾ ਦੇ ਨਿਯਮ ਵਿੱਚ ਚੱਲਦਾ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ। ਜਿਹੜਾ ਉਹਦੇ ਹੁਕਮ 'ਚ ਚੱਲ ਕੇ ਉਹਦੀ ਆਰਾਧਨਾ ਕਰਦਾ, ਬਾਬਾ ਕਹਿੰਦਾ ਉਹਨੂੰ ਸੁੱਖ ਮਿਲ ਜਾਂਦਾ ਹੈ। ਤੇ ਜਿਹੜਾ ਉਹਦੇ ਹੁਕਮ ਤੋਂ ਨਿਯਮਾਂ ਤੋਂ ਬਾਹਰ ਹੋ ਜਾਂਦਾ ਹੈ, ਉਹਨੂੰ ਦੁੱਖ ਮਿਲ ਜਾਂਦਾ ਹੈ। ਬਾਬਾ ਕਹਿੰਦਾ ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਬਰ ਜਣਾ। ਇਹ ਤਾਂ ਭਗਤ ਕਬੀਰ ਜੀ ਕਹਿੰਦੇ ਇਹ ਤਾਂ ਸਰੀਰ ਇੱਕ ਧਰਤੀ ਹੈ, ਇਹਦੇ ਵਿੱਚ ਜਿੱਦਾਂ ਦਾ ਬੰਦਿਆ ਬੀਜ ਪਾਲੇਗਾ ਫਲ ਤੈਨੂੰ ਉਦਾਂ ਦਾ ਮਿਲ ਜਾਏਗਾ। ਫਲ ਪ੍ਰਾਪਤੀ ਤੇਰੀ ਬੜੀ ਵਧੀਆ ਹੈ। ਭਗਤ ਕਬੀਰ ਜੀ ਕਹਿੰਦੇ ਪ੍ਰਾਪਤੀ ਤਾਂ ਤੇਰੀ ਦਾਖਾਂ ਖਾਣ ਦੀ ਹੈ, ਪ੍ਰਾਪਤੀ ਤਾਂ ਤੇਰੀ ਮੇਵੇ ਖਾਣ ਦੀ ਹੈ, ਚਾਹਨਾ ਤਾਂ ਤੇਰੀ ਚੰਗੇ ਪਦਾਰਥ ਖਾਣ ਦੀ ਹੈ, ਪਰ ਮਾਫ ਕਰੀ ਬੀਜ ਤੂੰ ਕਿੱਕਰਾਂ ਦੀ ਬੀਜ ਕੇ ਬੈਠਾ। ਮਾਫ ਕਰ, ਤੇਰੇ ਬੀਜ ਵਿੱਚ ਉਹ ਕੁਆਲਿਟੀ ਨਹੀਂ, ਕਿਉਂਕਿ ਜੇ ਕਿੱਕਰਾਂ ਦੀ ਬੀਜ ਬੀਜੇਗਾ ਬੰਦੇ ਹਾ ਲੱਗਣੇ ਤਾਂ ਕੰਡੇ ਹੀ ਨੇ। ਇਸ ਕਰਕੇ ਗੁਰੂ ਸਾਹਿਬ ਮਹਾਰਾਜ ਬਚਨ ਕਰਦੇ ਨੇ, ਜਿਉ ਡਰਤ ਹੈ ਆਪਣਾ ਮੇਰੀ ਜਿੰਦ ਕੰਬਦੀ ਹੈ, ਮੈਂ ਕਿਹਦੇ ਅੱਗੇ ਪੁਕਾਰ ਕਰਾਂ। ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਬਚਨ ਬਾਣੀ ਦਾ ਬੜਾ ਪਿਆਰਾ, ਵੇਖੋ ਕੋਈ ਕਿਸੇ ਨੂੰ ਮੰਨਦਾ ਹੈ, ਕੋਈ ਕਿਸੇ ਇਸ਼ਟ ਨੂੰ ਮੰਨਦਾ ਹੈ, ਕੋਈ ਕਿਸੇ ਬਾਬੇ ਨੂੰ ਮੰਨਦਾ ਹੈ, ਕੋਈ ਕਿਸੇ ਪੀਰ ਨੂੰ ਮੰਨਦਾ ਹੈ, ਕੋਈ ਕਿਸੇ ਪੰਡਤ ਨੂੰ ਮੰਨਦਾ ਹੈ, ਕੋਈ ਕਿਸੇ ਦੀ ਕਿਸੇ ਪ੍ਰਤੀ ਸ਼ਰਧਾ ਹੈ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੱਦਾ ਇੱਕ ਹੈ, ਉਹ ਦਾਤਾ ਇੱਕ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰੂ ਨਾਨਕ ਸਾਹਿਬ ਨੇ ਤੇ ਗੱਲ ਕਲੀਅਰ ਕਰਤੀ ਵੀ ਦਾਤਾ ਇੱਕ ਹੈ। ਇਸੇ ਕਰਕੇ ਬਾਣੀ ਦੇ ਵਿੱਚ ਵਚਨ ਆਉਂਦਾ, ਸਾਹਿਬ ਕਹਿੰਦੇ ਵੱਡੜਾ ਝਾਲ ਝੜੁੰਬੜ ਹੈ। ਕਹਿੰਦੇ ਜਦੋਂ ਅੰਮ੍ਰਿਤ ਵੇਲਾ ਹੋਵੇ, ਜਦੋਂ ਦਿਨ ਦੀ ਸ਼ੁਰੂਆਤ ਹੁੰਦੀ ਹੈ, ਮੈਂ ਨਾਮ ਕਿਹਦਾ ਲਵਾਂ, ਮੈਂ ਕਿਹਦਾ ਨਾਮ ਜਪਾਂ। ਮੈਂ ਕਿਸੇ ਬੰਦੇ ਦਾ ਨਾਮ ਜਪਣਾ, ਮੈਂ ਕਿਸੇ ਦੇਹਧਾਰੀ ਦਾ ਨਾਮ ਜਪਣਾ, ਮੈਂ ਕਿਸੇ ਪੀਰ ਦਾ ਨਾਮ ਜਪਣਾ। ਬਾਬਾ ਕਹਿੰਦਾ ਨਹੀਂ, ਵੱਡੜਾ ਝਾਲ ਝੜੁੰਬੜਾ ਨਾਮੜਾ ਲਈਆ ਕਿਸ, ਸਾਹਿਬ ਕਹਿੰਦੇ ਨਾਮ ਲਈਆ ਪਰਮੇਸ਼ਰ ਹੈ। ਉਹ ਪਰਮੇਸ਼ਰ ਦਾ ਨਾਮ ਲੈਣਾ, ਉਹ ਪਰਮੇਸ਼ਰ ਦਾ ਨਾਮ ਲੈਣਾ। ਕਿਉਂ ਨਾ ਲੈਣਾ ਪਰਮੇਸ਼ਰ ਦਾ? ਕਹਿੰਦੇ ਭੰਨਣ ਘੜਨ ਸਮਰੱਥ, ਕਿਉਂਕਿ ਉਹ ਤੈਨੂੰ ਬਣਾਉਣ ਵਾਲਾ ਹੀ ਹੈ ਤੇ ਉਹ ਤੈਨੂੰ ਨਾਸ਼ ਕਰਨ ਵਾਲਾ ਉਹ ਹੀ। ਵੇਖੋ ਜੀ, ਜਿੰਨੇ ਚੀਜ਼ ਬਣਾਈ ਹੋਵੇ ਨਾ, ਜਿਹੜੀ ਦੁਕਾਨ ਤੋਂ ਚੀਜ਼ ਲਿਆਂਦੀ ਹੋਵੇ, ਅੱਜ ਜੇ ਚੀਜ਼ 'ਚ ਖਰਾਬੀ ਆ ਜੇ, ਆਪਾਂ ਉਸੇ ਦੁਕਾਨ ਤੇ ਮੋੜ ਕੇ ਆਉਨੇ ਆ, ਦੂਜੀ ਦੁਕਾਨ ਤੇ ਤਿੰਨ ਨਾ ਜਾਂਦੇ, ਜਿੱਥੋਂ ਲਿਆਂਦੀ ਹੈ ਉੱਥੇ ਮੋੜ ਕੇ ਆਉਨੇ ਆ। ਤੇ ਬਾਬਾ ਜੀ ਦੀ ਬਾਣੀ ਪੜ੍ਹੋ, ਬਾਬਾ ਜੀ ਤਾਂ ਕਹਿੰਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਬੰਦਿਆ ਕਿਉਂ ਰੱਬ ਦੇ ਦਰ ਨੂੰ ਛੱਡ ਕੇ ਕਿਤੇ ਦੇਹ ਧਾਰੀਆਂ ਦੇ ਪਿੱਛੇ ਫਿਰਦਾ ਹੈ? ਕਹਿੰਦੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਉਹਦੇ ਤੋਂ ਬਿਨਾਂ ਤੇ ਦੁੱਖ ਸੁਣਨਾ ਵੀ ਕਿਸੇ ਨੇ ਸੁਣਨਾ, ਕਿਸੇ ਨੇ ਜਾਂ ਕਿਸੇ ਨੇ ਤੇਰੇ ਅੰਦਰ ਦੀ ਜਿਹੜੀ ਪੀੜਾ ਹੈ ਉਹਨੂੰ ਸਮਝਣਾ ਨਹੀਂ। ਕੱਤ ਜਾਣੇ, ਬਾਬਾ ਜੀ ਕਹਿੰਦੇ ਕੱਤ ਜਾਣੇ ਪੀਰ ਪਰਾਈ। ਕੋਈ ਕਿਵੇਂ ਜਾਣਦਾ ਕਿਸੇ ਦੀ ਪੜਾਈ ਪੀਰ ਨੂੰ? ਉਹੀ ਜਾਣਦਾ ਨਾ ਜਿਹਦੇ ਜਾ ਕੇ ਅੰਤਰ ਦਰਦ ਨਾ ਪਾਏ। ਵੇਖੋ ਜੀ, ਹੁਣ ਮੈਨੂੰ ਬੁਖਾਰ ਚੜਿਆ, ਜਿਹੜਾ ਬੰਦਾ ਤੰਦਰੁਸਤ ਹੈ ਉਹ ਕਿਵੇਂ ਸਮਝੇਗਾ ਮੇਰੀ ਮੁਸੀਬਤ? ਉਹ ਤੇ ਠੀਕ ਹੈ, ਪਰ ਮੈਂ ਤਾਂ ਬਿਮਾਰ ਹਾਂ। ਬਾਬਾ ਜੀ ਕਹਿੰਦੇ ਨਹੀਂ, ਤੇਰੇ ਅੰਦਰ ਦੀ ਗੱਲ ਜਿਹੜੀ ਹੈ ਨਾ ਉਹ ਗੁਰੂ ਸਮਝੇ। ਕਿਉਂ? ਤੂੰ ਠਾਕੁਰ, ਤੂੰ ਮੇਰਾ ਮਾਲਕ ਹੈ, ਹੋਰ ਕੋਈ ਮਾਲਕ ਨਹੀਂ। ਤੂੰ ਠਾਕੁਰ ਤੁਮ ਪਹਿ ਅਰਦਾਸ, ਅਰਦਾਸ ਕਿਹਦੇ ਅੱਗੇ ਕਰਾਂ, ਪੁਕਾਰ ਕਿਹਦੇ ਅੱਗੇ ਕਰਾਂ? ਜਿਉ ਪਿੰਡ ਸਭ ਤੇਰੀ ਰਾਸ। ਇਹ ਪਰਮੇਸ਼ਰ ਨੇ ਕਿਰਪਾ ਕੀਤੀ, ਸਾਨੂੰ ਮਨੁੱਖਾ ਜਨਮ ਦਿੱਤਾ ਹੈ। ਸਾਹਿਬ ਕਹਿੰਦੇ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਉਹ ਤੇ ਸਦਾ ਹੀ ਦਾਤਾਂ ਦੇਣ ਵਾਲਾ ਹੈ, ਤੂੰ ਉਹਨੂੰ ਕਿਉਂ ਨਹੀਂ ਵਿਸਾਰਦਾ? ਉਹਨੂੰ ਕਿਉਂ ਨਹੀਂ ਤੂੰ ਯਾਦ ਕਰਦਾ? ਕਿਉਂ ਭੁਲਾ ਕੇ ਬਹਿ ਗਿਆ? ਬਾਬਾ ਜੀ ਦੀ ਬਾਣੀ ਦੇ ਵਿੱਚ ਇੱਕ ਬਚਨ ਬੜਾ ਪਿਆਰਾ ਆਉਂਦਾ ਹੈ। ਬਾਬਾ ਜੀ ਕਹਿੰਦੇ ਐਸਾ ਜੱਗ ਦੇਖਿਆ ਜੁਆਰੀ। ਕਹਿੰਦੇ ਇਹ ਸੰਸਾਰ ਹੈ ਨਾ, ਜਿਹੜਾ ਜਿਵੇਂ ਜੂਆ ਖੇਡਣ ਵਾਲਾ ਜੂਆ ਖੇਡਦਾ ਨਾ, ਉਹ ਛਲ ਕਪਟ ਕਰਕੇ ਉਹ ਆਪਣੀ ਬਾਜੀ ਜਿੱਤਣ ਦਾ ਯਤਨ ਕਰਦਾ, ਭਾਵੇਂ ਧੋਖਾ ਕਿਉਂ ਨਾ ਕਰੇ। ਪਰ ਕਹਿੰਦੇ ਸੰਸਾਰ ਵੀ ਜੂਏ ਖੇਡਣ ਦੀ ਤਰ੍ਹਾਂ, ਇੱਕ ਜੁਆਰੀ ਦੀ ਨੀਅਤ ਦੀ ਤਰ੍ਹਾਂ ਪਰਮੇਸ਼ਰ ਦੇ ਦੁਆਰੇ ਤੇ ਆਉਂਦਾ ਹੈ। ਇਹ ਪਤਾ ਕੀ ਕਹਿੰਦਾ ਹੈ? ਬਾਬਾ ਜੀ ਕਹਿੰਦੇ ਸਭ ਕੁਝ ਮੰਗੈ, ਇਹ ਸਾਰਾ ਕੁਝ ਮੰਗਦਾ ਗੁਰੂ ਕੋਲ। ਮੰਗਣਾ ਗੁਰੂ ਕੋਲੋਂ ਹੀ ਹੈ, ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਗੁਰੂ ਅੱਗੇ ਅਰਦਾਸ ਕਰਨੀ ਹੈ, ਪਰ ਬਾਬਾ ਜੀ ਕਹਿੰਦੇ ਨੇ ਜਿਹੜੀ ਚੀਜ਼ ਮੰਗਣੀ ਉਹ ਤੇ ਮੰਗਦਾ ਨਹੀਂ।
ਸਭ ਕਿਛ ਮੰਗੈ ਇੱਕ ਨਾਮ ਵਿਸਾਰੀ। ਕਹਿੰਦੇ ਮੰਗਣਾ ਤੇ ਨਾਮ ਸੀ, ਨਾਮ ਛੱਡ ਕੇ ਸੰਸਾਰੀ ਵਸਤੂਆਂ ਮੰਗਦਾ। ਤੇ ਤਾਂ ਹੀ ਫਿਰ ਬਾਬਾ ਜੀ ਦੀ ਬਾਣੀ 'ਚ ਪੜ੍ਹੋ, ਕੁਚੱਜੀ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਦੋਂ ਪੜਾਂਗੇ ਨਾ, ਬਾਬਾ ਕਹਿੰਦੇ, ਸਾਹਿਬ ਜੀ ਕਹਿੰਦੇ, ਅਮਾਮਣ ਡੋਸੜੇ ਮੰਝ ਕੁਚੱਜੀ ਮੈਂ ਮਾੜੀ, ਮੇਰੇ ਵਿੱਚ ਚੱਜ ਨਹੀਂ। ਸਤਿਗੁਰੂ ਜੀ ਮੈਂ ਕਿਵੇਂ ਤੇਰੇ ਅੱਗੇ ਅਰਦਾਸ ਕਰਾਂ, ਮੈਨੂੰ ਬੋਲਣਾ ਨਹੀਂ ਆਉਂਦਾ, ਮੈਨੂੰ ਤੇਰੇ ਅੱਗੇ ਬੋਲਣਾ ਮੰਗਣਾ ਨਹੀਂ ਆਉਂਦਾ। ਮੰਝ ਕੁਚੱਜੀ ਅਮਾਮਣ ਡੋਸੜੇ ਕਿਉਂ ਸ਼ਹਿਰਾਵਣ ਜਾਓ ਜੀਓ, ਇੱਕ ਦੂ ਇੱਕ ਚੜਾਂਦੀਆਂ ਕੌਣ ਜਾਣੈ ਮੇਰਾ ਨਾਉ ਜੀਓ। ਮੇਰਾ ਨਾਂ ਤੇ ਕੋਈ ਜਾਣਦਾ ਨਹੀਂ, ਮੇਰੇ ਤੋਂ ਤੇ ਵੱਧ ਕੇ ਨੇ ਸਾਰੇ। ਕੋਈ ਕਿੰਨੀ ਸੇਵਾ ਕਰਦਾ ਹੈ, ਕੋਈ ਕਿੰਨੀ ਬਾਣੀ ਪੜ੍ਹਦਾ ਹੈ, ਕੋਈ ਕਿਸੇ ਦਾ ਕਿੰਨੇ ਘੰਟੇ ਦਾ ਚੌਂਕੜਾ ਹੈ, ਕੋਈ ਕਿੰਨਾ ਸਿਮਰਨ ਕਰਦਾ। ਮੈਂ ਤਾਂ ਕਰਦਾ ਵੀ ਨਹੀਂ, ਮੈਂ ਤਾਂ ਕੁਝ ਕੀਤਾ ਵੀ ਨਹੀਂ ਅਜੇ ਤੱਕ। ਇਸ ਕਰਕੇ ਸਾਹਿਬ ਜੀ ਨੇ ਅਰਦਾਸ ਕੀਤੀ। ਗੁਰੂ ਸਾਹਿਬ ਕਹਿੰਦੇ ਨੇ ਕਿਉਂ ਨਹੀਂ ਚਿੱਤ ਲੱਗਦਾ ਪਰਮੇਸ਼ਰ ਦੇ ਵਿੱਚ? ਕਿਉਂਕਿ ਅਸੀਂ ਨਾ ਆਧਾਰ ਬਣਾ ਲਿਆ, ਮਾਇਆ ਨੂੰ ਆਧਾਰ ਬਣਾ ਲਿਆ। ਆਧਾਰ ਬਣਾਉਣਾ ਸੀ ਉਹਦੇ ਨਾਮ ਨੂੰ। ਆਧਾਰ ਦਾ ਅਰਥ ਹੁੰਦਾ ਆਸਰਾ, ਆਸਰੇ ਦਾ ਅਰਥ ਹੁੰਦਾ ਜਿਹਦੇ ਤੋਂ ਬਿਨਾ ਸਰਨਾ ਹੀ ਨਹੀਂ, ਜਿਹਦੇ ਤੋਂ ਬਿਨਾ ਜੀਵਨ ਜੀਣਾ ਵਿਅਰਥ ਹੈ। ਬਾਬਾ ਜੀ ਕਹਿੰਦੇ ਤੂੰ ਨਾਮ ਨੂੰ ਆਧਾਰ ਬਣਾ, ਤੂੰ ਆਧਾਰ ਬਣਾ ਲਿਆ। ਮਿੱਟੀ ਮੰਦਰ ਸੰਦੜੇ ਪੱਥਰ ਕੀਤੇ ਰਾਸ ਜੀਓ। ਕਹਿੰਦੇ ਤੂੰ ਤੇ ਇਹਨਾਂ ਨੂੰ ਰਾਸ ਸਮਝ ਕੇ ਬਹਿ ਗਿਆ। ਇੱਕ ਘਰ, ਪਰ ਹੁਣ ਘਰ ਤੇ ਸਾਰਿਆਂ ਨੂੰ ਚਾਹੀਦਾ ਰਹਿਣ ਵਾਸਤੇ, ਘਰ ਮਕਾਨ ਸਾਰਿਆਂ ਨੂੰ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਖ ਕੋਲ ਤੇ ਮਕਾਨ ਹੀ ਬੜਾ ਵਧੀਆ ਹੋਣਾ ਚਾਹੀਦਾ। ਮੋਤੀ ਤਾਂ ਮੰਦਰ ਉਸਰ ਰਤਨੀ ਤਾਂ ਹੋਏ ਜਿਹੜਾ। ਤੇਰੇ ਕੋਲ ਤੇ ਸੋਹਣਾ ਘਰ ਹੋਵੇ, ਪਰ ਨਾਲ ਇਹ ਵੀ ਕਹਿ ਦਿੱਤਾ ਬੰਦਿਆ ਵੇਖ ਤੂੰ ਕੱਲਾ ਨਹੀਂ ਘਰ ਬਣਾਉਂਦਾ, ਪੰਛੀ ਵੀ ਆਲਣਾ ਬਣਾਉਂਦੇ ਨੇ, ਪਰ ਪੰਛੀਆਂ ਨੇ ਕਦੀ ਦਾਵਾ ਨਹੀਂ ਕੀਤਾ, ਪੰਛੀ ਕਦੀ ਵੈਰ ਨਹੀਂ ਕਰਦੇ, ਪੰਛੀ ਕਦੀ ਵਿਰੋਧ ਨਹੀਂ ਕਰਦੇ ਵੀ ਮੇਰੇ ਜਿਹੜੇ ਕੋਲ ਜਿਹੜੀ ਟਾਹਣੀ ਤੇ ਮੈਂ ਆਲਣਾ ਬਣਾਇਆ ਤੂੰ ਦੂਜੀ ਟਾਹਣੀ ਤੇ ਬਣਾ। ਇਸ ਟਾਹਣੀ ਤੇ ਤੂੰ ਬਣਾ ਨਹੀਂ ਸਕਦਾ, ਮੇਰਾ ਆਲਣਾ ਬਣ ਗਿਆ। ਪਰ ਮਨੁੱਖ ਇੱਕ ਜਗ੍ਹਾ ਤੇ ਕੋਠੀ ਪੈ ਲੇ, ਸਾਹਮਣੇ ਕਹਿੰਦਾ ਵੀ ਇੱਥੇ ਗਰੀਬਾਂ ਦੀਆਂ ਬਸਤੀਆਂ ਨਹੀਂ ਹੋਣੀਆਂ ਚਾਹੀਦੀਆਂ, ਮੇਰਾ ਸਟੇਟਸ ਡਾਊਨ ਹੁੰਦਾ ਹੈ। ਬਾਬਾ ਜੀ ਕਹਿੰਦੇ ਕਿਉਂ ਮਿੱਟੀ ਤੋਂ ਤੂੰ ਨਫ਼ਰਤ ਕਰਦਾ ਹੈ? ਯਾਦ ਰੱਖ ਕਬੀਰ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੁਲ ਵੀ ਕੋਈ ਨਾ ਹੋਸੀ ਮਿੱਤ। ਇਹ ਜਿੰਨੇ ਤੂੰ ਇਹ ਮਨ ਵਿੱਚ ਰੱਖਿਆ, ਹਾਂ ਘਰ ਚਾਹੀਦਾ ਹੈ, ਸੋਹਣਾ ਚਾਹੀਦਾ ਹੈ, ਬਹੁਤ ਵਧੀਆ ਮਕਾਨ ਹੋਵੇ, ਪਰ ਅੰਦਰ ਮਕਾਨ ਵਿੱਚ ਬਹਿ ਕੇ ਕੀ ਹੋਵੇ? ਬਾਬਾ ਜੀ ਕਹਿੰਦੇ ਨੇ ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਘਰ ਤੇਰੇ ਕੋਲ ਹੋਵੇ ਪਰ ਨਾਲ ਸ਼ੁਕਰਾਨਾ ਵੀ ਜ਼ਰੂਰ ਹੋਵੇ। ਤੇਰੇ ਕੋਲ ਮਕਾਨ ਹੋਵੇ ਪਰ ਉਹਦੇ ਤੇ ਪਕੜ ਨਾ ਹੋਵੇ। ਕਿਉਂ? ਕਿਉਂਕਿ ਬਾਬਾ ਜੀ ਕਹਿੰਦੇ ਕਿਆ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਕਹਿੰਦੇ ਜਿਵੇਂ ਨਾ ਪੰਛੀ ਹੈ, ਉਹ ਕਦੀ ਵੀ ਆਪਣਾ ਪੱਕਾ ਆਲਣਾ ਨਹੀਂ ਬਣਾਉਂਦਾ ਵੀ ਮੈਂ ਸਾਰੀਆਂ ਪੁਸ਼ਤਾਂ ਹੀ ਇੱਥੇ ਤੱਕ ਰਹਿ ਜਾਣੀਆਂ। ਉਹ ਕਹਿੰਦਾ ਜਦੋਂ ਮੇਰਾ ਦਿਲ ਕਰੇ ਉਡਾਰੀ ਮਾਰ ਕੇ ਮੈਂ ਦੂਜੇ ਦੇਸ਼ ਚਲਾ ਜਾ। ਇਸ ਕਰਕੇ ਗੁਰੂ ਜੀ ਕਹਿੰਦੇ ਤੂੰ ਜਿਹੜਾ ਚਿੱਤ ਲਾਉਣਾ ਤੂੰ ਪਰਮੇਸ਼ਰ ਦੇ ਨਾਮ ਲਾ। ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ, ਸਾਹਿਬ ਮੇਰਾ ਨੀਤ ਨਵਾਂ। ਉਹ ਤੇ ਨਿਤ ਨਵਾਂ, ਬਾਕੀ ਸਾਰੀਆਂ ਚੀਜ਼ਾਂ ਪੁਰਾਣੀਆਂ ਹੋ ਜਾਣੀਆਂ। ਆ ਸਰੀਰ ਜਿਹੜਾ ਇਹਦੇ ਤੇ ਬਚਪਨ ਸੀ, ਬਚਪਨ ਆਇਆ, ਬਚਪਨ ਚਲਾ ਗਿਆ, ਜਵਾਨੀ ਆ ਗਈ, ਜਵਾਨੀ ਵੀ ਚਲੇ ਜਾਣੀ ਹੈ, ਬੁਢੇਪਾ ਆ ਗਿਆ, ਬੁਢੇਪੇ ਨੇ ਵੀ ਚਲੇ ਜਾਣਾ। ਇਹ ਤਾਂ ਅਸੀਂ ਸਮੇਂ ਦੇ ਅਧੀਨ ਹਰ ਇੱਕ ਚੀਜ਼। ਪਰ ਸਤਿਗੁਰ ਕਹਿੰਦੇ ਉਹ ਜਿਹੜਾ ਮਾਲਕ ਹੈ ਨਾ ਉਹ ਸਮੇਂ ਤੋਂ ਪਰੇ, ਉਹ ਰੋਜ਼ ਨਵਾਂ ਹੈ। ਤੂੰ ਰੋਜ਼ ਉਹਦੇ ਕੋਲ ਆ ਕੇ ਵੇਖੋ, ਜੇ ਮਾਲਕ ਨਵਾਂ ਹੈ ਤੇ ਮਾਲਕ ਦੀ ਰਚਨਾ ਵੀ ਨਵੀਂ ਹੈ। ਮਾਲਕ ਨਵਾਂ ਹੈ ਨਾ, ਪਰਮੇਸ਼ਰ ਨਵਾਂ ਹੈ ਤੇ ਉਹਦੀ ਬਾਣੀ ਵੀ ਨਵੀਂ ਹੈ। ਆਪਾਂ ਰੋਜ਼ ਪੜ੍ਹਦੇ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਵੇਖੋ ਕਿਸੇ ਕਵੀ ਦੀ ਇੱਕ ਰਚਨਾ ਪੜ੍ਹ ਲਓ, ਕੋਈ ਲੇਖ ਪੜ੍ਹ ਲਓ, ਕੋਈ ਕਹਾਣੀ ਪੜ੍ਹ ਲਓ, ਭਾਵੇਂ ਅਖਬਾਰ ਪੜ੍ਹ ਲਓ। ਮੰਨ ਲਓ ਸਵੇਰ ਤੋਂ ਲੈ ਕੇ ਇੱਕ ਅਖਬਾਰ ਪੜ੍ਹਿਆ, ਸਾਰਾ ਪੜ੍ਹ ਦਿੱਤਾ, ਉਹਨੂੰ ਸ਼ਾਮ ਨੂੰ ਪੜ੍ਹਨ ਨੂੰ ਦਿਲ ਕਰਦਾ, ਉਹ ਪਾਸੇ ਰੱਖ ਦਿੱਤਾ, ਦੁਬਾਰਾ ਨਹੀਂ ਉਹਨੂੰ ਪੜ੍ਹਦੇ। ਕਹਾਣੀ ਪੜ੍ਹੀ, ਇੱਕ ਵਾਰ ਪੜ੍ਹ ਲਈ, ਦੁਬਾਰਾ ਨਹੀਂ ਪੜ੍ਹੀ ਜਾਂਦੀ। ਕਵਿਤਾ ਇੱਕ ਵਾਰੀ ਯਾਦ ਕਰ ਲਈ, ਦੁਬਾਰਾ ਨਹੀਂ ਪੜ੍ਹੀ ਜਾਂਦੀ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰਬਾਣੀ ਜਪਜੀ ਸਾਹਿਬ, ਭਾਵੇਂ ਜਿੰਨੇ ਮਰਜ਼ੀ ਬਾਣੀ ਪੜ੍ਹ ਲਓ, ਬਾਬਾ ਕਹਿੰਦੇ ਬਾਣੀ ਪੁਰਾਣੀ ਨਹੀਂ ਹੁੰਦੀ। ਇਹ ਪੁਰਾਣੀ ਨਹੀਂ, ਕਿਉਂਕਿ ਇਹ ਨਵਾਂ ਹੈ। ਮਨੁੱਖ ਦੇ ਸਵਾਸ ਕਰਕੇ ਇਹਦਾ ਅਗਲਾ ਸ਼ਬਦ ਜਿਹੜਾ ਤਨਾਸਰੀ ਰਾਗ ਦਾ ਦੂਜਾ ਸ਼ਬਦ, ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕਹਿੰਦੇ ਹਮ ਆਦਮੀ ਹਾਂ ਇੱਕਦਮ ਮੋਹਲਤ ਮੋਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਜਿਨੇ ਤੈਨੂੰ ਜਿੰਦ ਦਿੱਤੀ, ਜਿਨੇ ਤੈਨੂੰ ਸਵਾਸ ਦਿੱਤੇ, ਤੂੰ ਉਹਨੂੰ ਸੇਵਿਆ ਕਰ। ਸਾਹਿਬ ਮੇਰਾ ਨੀਤ ਨਵਾਂ,
ਸਦਾ ਸਦਾ ਦਾਤਾਰ। ਸਾਹਿਬ ਕਹਿੰਦੇ ਅਨੰਦਿਨ ਸਾਹਿਬ ਸੇਵੀ ਹੈ। ਅਨੰਦਿਨ ਭਾਵ ਹਰ ਰੋਜ਼, ਸੇਵੀਏ ਦਾ ਅਰਥ ਹੈ ਸਿਮਰਨ ਕਰਨ। ਹੁਣ ਸਾਡੇ ਅੰਦਰ ਵੀ ਸਿਮਰਨ ਚੱਲਦਾ, ਸਾਰਿਆਂ ਦੇ ਅੰਦਰ ਚੱਲਦਾ। ਕਿਸੇ ਅੰਦਰ ਕੋਈ ਸਿਮਰਨ ਚੱਲਦਾ ਹੈ, ਕਿਸੇ ਅੰਦਰ ਧੀ ਪੁੱਤਰ ਦਾ ਸਿਮਰਨ ਚੱਲਦਾ ਹੈ, ਕਿਸੇ ਅੰਦਰ ਮਕਾਨ ਦਾ ਸਿਮਰਨ ਚੱਲਦਾ ਹੈ, ਕਿਸੇ ਅੰਦਰ ਕਾਰੋਬਾਰ ਦਾ ਸਿਮਰਨ ਚੱਲਦਾ ਹੈ। ਕੋਈ ਨਾ ਕੋਈ ਤੇ ਸਿਮਰਨ ਅੰਦਰ ਚੱਲਦਾ ਹੀ ਹੈ ਨਾ। ਪਰ ਬਾਬਾ ਕਹਿੰਦਾ ਹੈ ਇਹ ਸਾਰੇ ਪਾਸੇ ਰੱਖ ਕੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ। ਉਹਨੂੰ ਹਮੇਸ਼ਾ ਯਾਦ ਰੱਖ, ਕੰਮ ਕਰਦਿਆਂ ਯਾਦ ਰੱਖ, ਘਰ ਵਿੱਚ ਬੈਠਿਆਂ ਯਾਦ ਰੱਖ, ਆਪਣੀ ਦੁਕਾਨ ਤੇ ਜਾ ਕੇ ਵੀ ਉਹਨੂੰ ਚੇਤੇ ਰੱਖ। ਇਸੇ ਕਰਕੇ ਸਾਹਿਬ ਨੇ ਆਖਿਆ ਅਨੰਦਿਨ ਸਾਹਿਬ ਸੇਵੀਐ। ਕਿਉਂ? ਅੰਤ ਛਡਾਏ ਸੋਏ। ਜਦੋਂ ਅੰਤ ਵੇਲਾ ਕੀ ਭਾਵ ਜਦੋਂ ਇਹ ਮਨ ਮਰਨ ਵਾਲੇ ਪਾਸੇ ਜਾਂਦਾ ਹੈ, ਜਦੋਂ ਮਨ ਮਾਇਆ ਦੇ ਵਿੱਚ ਮਰਨ ਵਾਸਤੇ, ਜਿਹਨੂੰ ਬਾਬਾ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਉ, ਜਦੋਂ ਉਹ ਅਵਸਥਾ ਬਣਦੀ ਹੈ ਨਾ ਅੰਤ, ਤੇ ਕਹਿੰਦੇ ਫਿਰ ਉਦੋਂ ਤੈਨੂੰ ਇਹ ਸ਼ਬਦ ਨੇ ਬਾਹ ਪਕੜ ਕੇ ਬਾਹਰ ਕੱਢ ਲੈ। ठाकुर तुम शरनाई आया, उतर गयो मेरे मन का संसा, जब ते दर्शन पाया, अन बोल तो मेरी बिरथा जानी, अपना नाम जपाया। सब कहंदे की कीता सतगुरु ने? कहंदे बाहां पकड़ कड़ लीने अपने ग्रह अंधकूप ते माया। उन्हें ते माया दे बंधना चो बाह फड़ के बाहर कढ़ लिया। अंत ले छडाया, वो छडा लैंदा है। सुन सुर मेरी कामनी, पार उतारा होए। ਕਹਿੰਦੇ ਤੂੰ ਇਹ ਗੱਲ ਸੁਣ, ਤੈਨੂੰ ਆਸਰਾ ਬਣੇ, ਤੇਰੀ ਜਿੰਦ ਨੂੰ ਆਸਰਾ ਬਣੇ। ਜਿਹੜੀ ਕੰਬਦੀ ਜਿੰਦ ਹੈ ਨਾ, ਇੱਕ ਜਗ੍ਹਾ ਤੇ ਸਥਿਰ ਹੋ ਜਾਏਗੀ, ਟਿਕ ਜਾਏਗੀ, ਇਹ ਪਰਮੇਸ਼ਰ ਦੇ ਸ਼ੁਕਰ ਵਿੱਚ ਜੁੜ ਜਾਏਗੀ। ਇੱਕ ਵਾਰ ਨਾ ਇੱਕ ਮਾਂ ਅੰਮ੍ਰਿਤ ਵੇਲੇ ਉੱਠੀ। ਹੁਣ ਅੱਜ ਕੱਲ ਤੇ ਉਹ ਸਮਾਂ ਨਹੀਂ, ਸਮਾਂ ਬਦਲ ਗਿਆ। ਪਹਿਲਾਂ ਪੁਰਾਣੇ ਬਜ਼ੁਰਗ ਬੈਠੇ ਨੇ, ਇਹਨਾਂ ਨੇ ਸਮਾਂ ਵੇਖਿਆ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਸਾਰਿਆਂ ਦੇ ਘਰਾਂ 'ਚ ਲਗਭਗ ਚੱਕੀਆਂ ਹੁੰਦੀਆਂ ਸਨ। ਆਪਣੇ ਸਵੇਰੇ ਉੱਠ ਕੇ ਜਿੰਨੇ ਕੁ ਦਾਣੇ ਖਾਣੇ ਜਾਂ ਜਿੰਨਾ ਕੁ ਆਟਾ ਚਾਹੀਦਾ ਉਨੇ ਕੁ ਦਾਣੇ ਪਾ ਕੇ ਤੇ ਪੀ ਲੈਣਾ ਤੇ ਆਪਣਾ ਗੁਜ਼ਾਰਾ ਕਰ ਲੈਣਾ। ਰੋਜ਼ ਦਾਣੇ ਮਾਂ ਨੇ ਪੀਣੇ। ਗੁਰਬਾਣੀ 'ਚ ਉਦਾਹਰਣ ਹੈ ਬੜੀ ਪਿਆਰੀ। ਉਹ ਕਹਿੰਦੇ ਮਾਂ ਨੇ ਦਾਣੇ ਪੀਏ, ਜਦੋਂ ਦਾਣੇ ਪੀ ਕੇ ਚੱਕੀਆਂ ਦੇ ਪੁੜ ਪਾਸੇ ਕੀਤੇ ਨਾ, ਪਾਸੇ ਕੀਤੇ ਤੇ ਇੱਕ ਛੋਟਾ ਜਿਹਾ ਬੱਚਾ ਸੀ ਕੋਲ ਬੈਠਾ, ਉਹ ਹੱਸਿਆ ਬਹੁਤ। ਉਹ ਕਹਿੰਦਾ ਮਾਂ ਤੈਨੂੰ ਕਿੰਨਾ ਚਿਰ ਹੋ ਗਿਆ ਦਾਣੇ ਪੀਂਦੀ ਨੂੰ? ਕਿੰਨਾ ਚਿਰ ਹੋ ਗਿਆ ਤੈਨੂੰ ਦਾਣੇ ਪੀਂਦੇ ਨੂੰ? ਕਹਿੰਦੀ ਪੁੱਤ ਮੈਂ ਪੀਂਦੀ ਸਾਂ, ਮੇਰੀ ਮਾਂ ਪੀਂਦੀ ਸੀ, ਮੇਰੀ ਸੱਸ, ਸਾਡਾ ਸਾਰਾ ਖਾਨਦਾਨ ਹੀ ਸ਼ੁਰੂ ਤੋਂ ਪੀਂਦਾ ਹੈ। ਪਰ ਉਹ ਹੱਸ ਕੇ ਕਹਿੰਦਾ ਮਾਂ ਤੈਨੂੰ ਦਾਣੇ ਪੀਣੇ ਨਹੀਂ ਆਉਂਦੇ, ਤੈਨੂੰ ਨਹੀਂ ਪੀਣੇ ਆਉਂਦੇ ਦਾਣੇ, ਤੂੰ ਛੱਡ ਦੇ, ਨਾ ਕਰਿਆ ਕਰ ਕੰਮ। ਉਹ ਮਾਂ ਪੁੱਛਦੀ ਪੁੱਤ ਕੀ ਹੋਇਆ? ਆਟਾ ਸਹੀ ਨਹੀਂ ਬਣਿਆ, ਕੀ ਚੱਕਰ ਕੀ ਪੈ ਗਿਆ ਤੇਰੇ ਵਿੱਚ? ਸ਼ੰਕਾ ਕਿਉਂ? ਹੱਸਦਾ ਕਿਉਂ? ਮਜ਼ਾਕ ਕਿਉਂ ਉਡਾਉਣਾ? ਉਹ ਕਹਿੰਦਾ ਮਾਂ ਮੈਨੂੰ ਤੇ ਇੰਜ ਲੱਗਦਾ ਸੀ ਵੀ ਤੂੰ ਦਾਣੇ ਪਾਉਣੀ ਐ ਤੇ ਦਾਣੇ ਸਾਰੇ ਆਟਾ ਬਣ ਗਏ, ਸਾਰੇ ਹੀ ਫਿਸ ਗਏ, ਪਰ ਜਦੋਂ ਤੂੰ ਚੱਕੀ ਦੇ ਦੋਵਾਂ ਪੁੜਾਂ ਨੂੰ ਪਾਸੇ ਕੀਤਾ ਤੇ ਦਾਣੇ ਤਾਂ ਉਦਾਂ ਹੀ ਪਏ ਨੇ, ਆ ਦਾਣੇ ਤੇ ਸਾਬਤ ਪਏ ਨੇ। ਉਹ ਮਾਂ ਕਹਿੰਦੀ ਐ ਪੁੱਤਰ ਧਿਆਨ ਨਾਲ ਵੇਖ, ਮੈਂ ਕੰਮ ਮਾੜਾ ਨਹੀਂ ਕੀਤਾ, ਮੈਂ ਆਪਣਾ ਕੰਮ ਪੂਰਾ ਕੀਤਾ, ਅਧੂਰਾ ਨਹੀਂ ਕੀਤਾ। ਜਿਹੜੇ ਦਾਣੇ ਚੱਕੀ ਦੇ ਪੁੜ ਦੇ ਥੱਲੇ ਆ ਗਏ ਉਹਨਾਂ ਦਾ ਆਟਾ ਬਣ ਗਿਆ, ਜਿਹੜੇ ਦਾਣੇ ਕਿੱਲੀ ਨਾਲ ਜੁੜੇ ਰਹਿ ਗਏ ਸਾਬਤ ਰਹਿ ਗਏ। ਬਾਬਾ ਜੀ ਕਹਿੰਦੇ ਨੇ ਇਸ ਗੱਲ ਤੋਂ ਸਿੱਖਿਆ ਕਿੰਨੀ ਪਿਆਰੀ ਮਿਲਦੀ ਹੈ। ਉਹ ਜਿਹੜੇ ਤਾਂ ਸੰਸਾਰ ਦੇ ਵਿੱਚ ਖਚਿਤ ਹੋ ਗਏ, ਜਿਹੜੇ ਮਾਇਆ ਦੇ ਪਦਾਰਥਾਂ ਤੇ ਖਚਿਤ ਹੋ ਗਏ, ਕਹਿੰਦੇ ਉਹਨਾਂ ਨੂੰ ਇਹ ਜਿਹੜੀਆਂ ਚੱਕੀਆਂ ਦੇ ਪੁੜਾਂ ਨੇ ਫੇਂਕ ਕੇ ਰੱਖ ਦਿੱਤਾ। ਪਰ ਕਹਿੰਦੇ ਜਿਹੜੇ ਗੁਰੂ ਨਾਲ ਜੁੜੇ ਰਹਿ ਗਏ ਉਹ ਬਚ ਗਏ, ਉਹ ਸਾਬਤ ਬਚ ਗਏ। ਬਾਬੇ ਦੀ ਬਾਣੀ ਦਾ ਬਚਨ ਹੈ, ਸਾਹਿਬ ਕਹਿੰਦੇ ਨੇ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ, ਜੋ ਦਰ ਰਹੇ ਸੋ ਉਬਰੇ, ਨਾਨਕ ਅਜਬ ਡਿਠ। ਕਹਿੰਦੇ ਜਿਹੜੇ ਦਰ ਨਾਲ ਜੁੜੇ ਰਹਿ ਗਏ ਉਹ ਬਚ ਗਏ, ਜਿਹੜੇ ਦਰ ਤੋਂ ਵਾਂਝੇ ਰਹਿ ਗਏ ਉਹ ਰੁਲ ਗਏ, ਉਹ ਖਤਮ ਹੋ ਗਏ। ਗੁਰੂ ਰਾਮਦਾਸ ਮਹਾਰਾਜ ਦਾ ਬਚਨ ਪੜ੍ਹਦੇ ਆ ਨਾ ਆਪਾਂ, ਉਹ ਕਹਿੰਦੇ ਵੀ ਮੈਨੂੰ ਮੇਰੀ ਨਾ ਮਾਂ ਨੇ ਸਾਂਭਿਆ ਕਿਉਂਕਿ ਚੜ੍ਹਾਈ ਕਰ ਗਈ, ਨਾ ਪਿਤਾ ਨੇ ਸਾਂਭਿਆ ਉਹ ਵੀ ਸਮੇਂ ਨਾਲ ਚਲੇ ਗਏ, ਨਾ ਰਿਸ਼ਤੇਦਾਰਾਂ ਨੇ ਸਾਂਭਿਆ, ਨਾ ਮੇਰੇ ਕੋਲ ਮਾਇਆ, ਮੇਰੇ ਕੋਲ ਤੇ ਆਸਰਾ ਹੀ ਕੋਈ ਨਹੀਂ। ਪਰ ਜਦੋਂ ਦਾ ਗੁਰੂ ਅਮਰਦਾਸ ਮਹਾਰਾਜ ਤੁਹਾਡੇ ਚਰਨਾਂ ਵਿੱਚ ਆਏ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਸੇਵਾ ਕੀਤੀ, ਉਹ ਜਿਹੜੀ ਸੇਵਾ ਦੀ ਟੋਕਰੀ ਸਿਰ ਤੇ ਚੁੱਕੀ ਹੈ ਨਾ, ਇੱਕ ਦਿਨ ਗੁਰਿਆਈ ਦਾ ਛਤਰ ਬਣ ਗਿਆ, ਗੁਰਿਆਈ ਦਾ ਛਤਰ ਬਣ ਗਿਆ। ਫਿਰ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਗੁਰੂ ਰਾਮਦਾਸ ਮਹਾਰਾਜ, ਫਿਰ ਉਹ ਬਚਨ ਕਰਦੇ, ਕਹਿੰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ,
किन्ने साड़ी सार ली, किसे ने नहीं सार ली। हम रुलते फिरते कोई बात ना पूछता, सतगुर संग कीरे हम थापे। धन धन गुरु नानक जन केरा, जित मिलिया चूके सब सोग संतापे। कहते गुरु मिलिया, ऐसा गुरु मिलिया, गुरु दे मिलन दे नाल सारे दुख दूर हो गए, सारे जीवन विचों कलेश नाश हो गए। सुन सुन मेरी कामनी, पार उतारा होए। कहते दयाल तेरा नाम धरा। किवें पार होवां ये दुखां दे समुंदर तो, ये भवसागर नूं किवें छड्डां, दुखां तो निवृत्ति किवें होवे। कहते इहदे नाम तो बिना नहीं। मैं अंदुले की टेक, तेरा नाम है आधारा। मैं गरीब सच टेक तू, मेरा नाम है आधारा। भगत नामदेव जी कहते नाम तो बिना ते संसार तो पार उतारा ही नहीं। एक वचन बड़ा प्यारा पढ़दे आपां, ਵੇਖੋ ਜਿਨ੍ਹਾਂ ਨੇ ਮਾਇਆ ਨਾਲ ਚਿੱਤ ਲਾਇਆ, ਜਿਨ੍ਹਾਂ ਨੇ ਪਦਾਰਥਾਂ ਨੂੰ ਹੀ ਆਧਾਰ ਬਣਾ ਲਿਆ, ਜਿਨ੍ਹਾਂ ਨੇ ਜੀਵਨ ਦੇ ਵਿੱਚ ਪਰਮੇਸ਼ਰ ਨੂੰ ਛੱਡ ਦਿੱਤਾ, ਉਹਨਾਂ ਨੂੰ ਅੰਤ ਨੂੰ ਮੌਤ ਦਾ ਸਾਹਮਣਾ ਕਰਨਾ ਪਿਆ। ਜਿਹਨੂੰ ਬਾਬਾ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਵਾਰੀ ਕੀਨੀ ਧਿਰਗ ਜੀਵਨ ਨਹੀਂ ਰਹਿਣਾ। ਹਰ ਬਿਸਰਤ ਸਦਾ ਖੁਵਾਰੀ। ਜਿਨ੍ਹਾਂ ਰੱਬ ਭੁਲਾ ਦਿੱਤਾ ਉਹਨਾਂ ਦੇ ਜੀਵਨ ਦੀ ਸਾਂਝ ਦੁੱਖਾਂ ਨਾਲ ਪੈ ਗਈ। ਕਹਿੰਦੇ ਜਿਨ੍ਹਾਂ ਨੂੰ ਯਾਦ ਆ ਗਿਆ ਉਹਨਾਂ ਦੇ ਦੁੱਖ ਦੂਰ ਹੋ ਗਏ। ਕਿਵੇਂ? ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈ। ਵੇਖੋ ਜੀ, ਤਨ ਦੀ ਭੁੱਖ ਤੇ ਪ੍ਰਸ਼ਾਦੇ ਨਾਲ ਦੂਰ ਹੋ ਜਾਂਦੀ ਹੈ, ਜੇ ਮਨ ਦੀ ਭੁੱਖ ਤੇ ਪ੍ਰਸ਼ਾਦਾ ਵੀ ਨਹੀਂ ਦੂਰ ਕਰ ਸਕਦਾ। ਮਨ ਦੀ ਭੁੱਖ ਤੇ ਮਾਇਆ ਵੀ ਨਹੀਂ ਦੂਰ ਕਰ ਸਕਦੀ। ਮਨ ਦੀ ਇੰਨੀ ਭੁੱਖ ਹੈ, ਕਹਿੰਦਾ ਜਿਹਦੇ ਕੋਲ ਸਾਈਕਲ ਹੈ, ਕਹਿੰਦਾ ਸਕੂਟਰ ਹੋ ਜਾਏ ਨਾ, ਮੇਰੇ ਕੋਲ ਮੋਟਰਸਾਈਕਲ ਹੋਵੇ ਤਾਂ ਮੈਂ ਵਧੀਆ ਕੰਮ ਆਪਣਾ ਚਲਾ ਲਵਾਂ। ਮੋਟਰਸਾਈਕਲ ਆ ਗਿਆ, ਕਹਿੰਦਾ ਗੱਡੀ ਹੋਵੇ। ਗੱਡੀ ਆ ਗਈ, ਕਹਿੰਦਾ ਨਹੀਂ ਇਹ ਗੱਡੀ ਛੋਟੀ ਹੈ, ਥੋੜੀ ਜਿਹੀ ਵੱਡੀ ਚਾਹੀਦੀ। ਕਿਤੇ ਚਾਹਨਾ ਮਨ ਦੀ ਮੁੱਕਦੀ, ਇਹ ਮਨ ਕਦੀ ਰੱਜਦਾ ਹੀ ਨਹੀਂ। ਸਾਹਿਬ ਨੇ ਭਾਈ ਗੁਰਦਾਸ ਜੀ ਨੇ ਐਵੇਂ ਥੋੜੀ ਆਖਿਆ, ਕਹਿੰਦੇ ਅੱਖੀ ਵੇਖਣ ਰੱਜੀਆਂ ਉਹ ਰੰਗ ਤਮਾਸ਼ੇ। ਅੱਖਾਂ ਰੱਜਦੀਆਂ ਨੇ ਕਿਤੇ, ਇਹ ਅੱਖਾਂ ਦੀ ਰੋਸ਼ਨੀ ਘੱਟ ਹੁੰਦੀ ਹੈ। ਬੰਦਾ ਕਹਿੰਦਾ ਐਨਕ ਲਾ ਦਿਓ, ਦਿਸਦਾ ਕੁਝ ਨਹੀਂ, ਮੈਨੂੰ ਦਿਸਦਾ ਨਹੀਂ। ਕੰਨ ਦੀ ਸ਼ਕਤੀ ਘਟ ਗਈ, ਇਹ ਕਹਿੰਦਾ ਡਾਕਟਰ ਨੂੰ ਕਹਿੰਦਾ ਵੀ ਜਾ ਕੇ ਮੇਰੇ ਕੰਨਾਂ ਦੇ ਵਿੱਚ ਐਸੀ ਮਸ਼ੀਨ ਦਿਓ, ਹੁਣ ਮੈਨੂੰ ਸੁਣਨਾ ਤੇ ਪਵੇ, ਸੁਣ ਤੇ ਸਕਾਂ ਮੈਂ। ਇਸ ਕਰਕੇ ਰੱਜਦਾ ਕੋਈ ਨਹੀਂ। ਇਸ ਕਰਕੇ ਬਾਬਾ ਜੀ ਦੀ ਬਾਣੀ ਕਹਿੰਦੇ ਜੀਵਨ ਦੇ ਵਿੱਚ ਯਾਦ ਰੱਖ ਆਧਾਰ ਨਾਮ ਦਾ ਰੱਖ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ। ਹੋਇਆ ਕੀ ਫਿਰ? ਕਰ ਸ਼ਾਂਤ ਸੁਖ ਮਨ ਆਏ ਵਸੇ। ਅੰਦਰ ਸੁਖ ਵਸ ਗਿਆ, ਬਾਬੇ ਨੇ ਦੁੱਖ ਦੂਰ ਕਰ ਦਿੱਤਾ, ਸੁਖ ਵਸ ਗਿਆ। ਤੇ ਫਿਰ ਇੱਛਾ ਸਭ ਪੁਜਾਈਆਂ। ਗੁਰੂ ਨੇ ਕਿਰਪਾ ਕੀਤੀ, ਸਾਰੀਆਂ ਇੱਛਾ ਗੁਰੂ ਨੇ ਪੂਰੀਆਂ ਕਰ ਦਿੱਤੀਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧਿਨਾ। ਸੋ ਐਸਾ ਹਰ ਧਿਆਈਆ, ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇਂ ਮੇਰੇ ਮਨ। ਕਿਵੇਂ ਮਿਲਿਆ ਸੁਖ? ਕਿਉਂਕਿ ਆਧਾਰ ਬਣਾ ਲਿਆ ਨਾਮ ਨੂੰ, ਕਿਉਂਕਿ ਉਹਦੀ ਬੰਦਗੀ ਨੂੰ ਆਧਾਰ ਬਣਾ ਲਿਆ। ਸਾਹਿਬ ਕਹਿੰਦੇ ਨੇ ਸਰਬੰਗ ਸਾਚਾ ਏਕ ਹੈ, ਦੂਜਾ ਨਾਹੀ ਕੋਏ। ਸਾਰੀਆਂ ਚੀਜ਼ਾਂ ਝੂਠੀਆਂ ਨੇ, ਇੱਕ ਸੱਚ ਹੈ। ਤਾਕੀ ਸੇਵਾ ਸੋ ਕਰੇ ਜਾਕੋ ਨਦਰ ਕਰੇ। ਇਹ ਵੀ ਗੱਲ ਨਾਲ ਬਾਬੇ ਨੇ ਕਹਿ ਦਿੱਤੀ। ਵੇਖੋ ਕਿਤੇ ਬਾਣੀ ਪੜ੍ਹ ਕੇ ਹੰਕਾਰ ਨਾ ਕਰ ਲਿਓ, ਕਿਤੇ ਸੇਵਾ ਕਰਕੇ ਹੰਕਾਰ ਨਾ ਕਰ ਲਿਓ। ਇਹ ਤਾਂ ਉਹਦੀ ਨਜ਼ਰ ਤੋਂ ਬਿਨਾਂ ਤੇ ਬਾਣੀ ਵੀ ਨਹੀਂ ਪੜ੍ਹੀ ਜਾਂਦੀ, ਉਹਦੀ ਨਜ਼ਰ ਤੋਂ ਬਿਨਾਂ ਤੇ ਸੇਵਾ ਵੀ ਨਹੀਂ ਹੁੰਦੀ। ਇਹ ਤਾਂ ਉਹਦੀ ਕਿਰਪਾ ਦੇ ਨਾਲ ਹੀ ਹੈ। ਜੇ ਅਸੀਂ ਬਾਣੀ ਪੜ੍ਹੀਏ ਤੇ ਉਹਦੀ ਕਿਰਪਾ ਹੈ ਬਹੁਤ ਵੱਡੀ, ਉਹਦੀ ਦਇਆ ਹੈ। ਜਾਕੋ ਨਦਰ ਕਰੇ ਤੁਧ ਬਾਝ ਪਿਆਰੇ ਕੇਵਰ ਹਾਂ। ਰੱਬ ਜੀ ਤੇਰੇ ਤੋਂ ਬਿਨਾਂ ਕਿਵੇਂ ਜਿਉਂਦਾ ਰਹਿ ਸਕਦਾ? ਨਹੀਂ ਰਹਿ ਸਕਦਾ। ਜਿਵੇਂ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਕੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਬਾਬਾ ਜੀ ਨੇ ਬਚਨ ਕੀਤੇ ਪੰਜ ਪਾਤਸ਼ਾਹ ਨੇ, ਕਹਿੰਦੇ ਤੇਰਾ ਮੁਖ ਸੁਹਾਵਾ, ਸਹਿਜ ਤੁਨ ਬਾਣੀ, ਚਿਰ ਹੋਵਾ ਦੇਖੇ ਸਾਰੰਗ ਪਾਣੀ। ਧਨ ਤੋਂ ਧਨ ਸੋ ਦੇਸ਼, ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੀ ਜੀਓ। ਅਗਲਾ ਬਚਨ ਪੜੋ, ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਹੁਣ ਕਦ ਮਿਲਿਆ ਪਰ ਤੁਧ ਭਗਵੰਤਾ, ਤੁਧ ਬਾਝ ਪਿਆਰੇ ਕੇਵਰ ਹਾਂ। ਸਭ ਵਡਿਆਈ ਦੇਹੀ, ਜਿਤ ਨਾਮ ਤੇਰੇ ਲਾਗ ਰਹਾ। ਕਹਿੰਦੇ ਇਹ ਵਡਿਆਈ ਚਾਹੀਦੀ ਹੈ ਮੈਨੂੰ, ਉਹ ਮੰਗ ਚਾਹੀਦੀ ਹੈ ਜੇ ਤੇਰੇ ਨਾਮ ਨਾਲ ਲੱਗ ਕੇ ਤੇਰੇ ਦੂਜਾ ਨਾ ਹੀ ਕੋਏ, ਜਿਸ ਆਗਿਆ ਪਿਆਰੇ ਜਾਏ ਕਹਾਂ।
ਕੋਈ ਹੈਗਾ ਜਿਹੜਾ ਨਾਮ ਦੇਣ ਵਾਲਾ? ਗੁਰੂ ਤੋਂ ਬਿਨਾਂ ਤੇ ਨਾਮ ਵੀ ਕਿਸੇ ਨੇ ਨਹੀਂ ਦੇਣਾ, ਗੁਰੂ ਤੋਂ ਬਿਨਾਂ ਤੇ ਬੰਦਗੀ ਦੀ ਦਾਤ ਵੀ ਕਿਸੇ ਨੇ ਨਹੀਂ ਦੇਣੀ। ਇਸ ਕਰਕੇ ਗੁਰੂ ਹੀ ਹੈ, ਗੁਰੂ ਤੋਂ ਬਿਨਾਂ ਛੁਟਕਾਰਾ ਨਹੀਂ। ਸਾਹਿਬ ਕਹਿੰਦੇ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਉਹਦੀ ਕਿਰਪਾ ਤੋਂ ਬਿਨਾਂ ਗੁਰੂ ਨਹੀਂ ਮਿਲਦਾ ਤੇ ਗੁਰੂ ਦੀ ਕਿਰਪਾ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਦੀ ਬਹੁਤ ਲੋੜ ਹੈ ਜੀਵਨ ਦੇ ਵਿੱਚ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਤੇ ਮੁਕਤੀ ਨਹੀਂ। ਨਦਰੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਭਰਮਿਆ, ਕਹਿੰਦੇ ਇਹ ਪਤਾ ਨਹੀਂ ਕਿੰਨੇ ਕ ਜਨਮਾਂ ਦੇ ਗੇੜ ਵਿੱਚ ਪਿਆ ਰਿਹਾ, ਜਦੋਂ ਗੁਰੂ ਦੇ ਚਰਨਾਂ 'ਚ ਆਇਆ ਕਹਿੰਦੇ ਤਾਂ ਸਤਿਗੁਰ ਸ਼ਬਦ ਸੁਣਾਇਆ। ਗੁਰੂ ਨੇ ਸ਼ਬਦ ਸੁਣਾ ਕਰਕੇ ਇਹ ਜਨਮਾਂ ਦੀ ਭਟਕਣਾ ਖਤਮ ਕਰ ਦਿੱਤੀ। ਇੱਕ ਮਨ ਵਿੱਚ ਸੁਖ ਆ ਗਿਆ। ਸਤਿਗੁਰ ਪਾਤਸ਼ਾਹ ਕਹਿੰਦੇ ਸੇਵੀਂ ਸਾਹਿਬ ਆਪਣਾ। ਕਿੰਨਾ ਪਿਆਰਾ ਸ਼ਬਦ ਹੈ ਜੀ, ਆਪਣਾ। ਆਪਣਾ ਕਿਹਨੂੰ ਕਿਹਾ ਜਾਂਦਾ? ਜਿਹਦੇ ਨਾਲ ਪਿਆਰ ਹੋਵੇ, ਜਿਹਦੇ ਨਾਲ ਪ੍ਰੇਮ ਹੋਵੇ। ਸਾਰਿਆਂ ਨੂੰ ਆਪਣੇ ਨਹੀਂ ਕਿਹਾ ਜਾਂਦਾ। ਆਪਣਾ ਉਹੀ ਹੁੰਦਾ ਜਿਹਦੇ ਨਾਲ ਵਿਚਾਰ ਮਿਲਦੇ ਨੇ। ਆਪਣਾ ਉਹੀ ਹੁੰਦਾ ਜਿਹਦੇ ਨਾਲ ਸਾਡੇ ਖਿਆਲ ਰਲਦੇ ਨੇ। ਆਪਾਂ ਕਹਿੰਦੇ ਆ ਨਾ, ਬਾਬੇ ਦੀ ਬਾਣੀ ਵੀ ਕਹਿੰਦੀ ਹੈ, ਕਹਿੰਦੇ ਗੱਲਣੀ ਸੋ ਸੱਜਣ ਵੀ, ਕਹਿੰਦੇ ਗੱਲਾਂ ਨਾਲ ਤੇ ਵਾਕਬ ਬਹੁਤ ਨੇ ਤੇਰੇ। ਆਪਾਂ ਕਹਿੰਦੇ ਵੀ ਉਹ ਵੀ ਮੇਰਾ ਵਾਕਬ ਹੈ, ਉਹ ਵੀ ਮੇਰਾ ਵਾਕਬ ਹੈ, ਪਰ ਕਹਿੰਦੇ ਇੱਕ ਢੁਢੇਂਦੀ ਨਾਲ ਹਾਂ। ਕਹਿੰਦੇ ਜਦੋਂ ਤੈਨੂੰ ਲੋੜ ਪਈ ਖੜਿਆ ਤੇ ਕੋਈ ਵੀ ਨਹੀਂ ਤੇਰੇ ਕੋਲ। ਔਖੇ ਵੇਲੇ ਕੌਣ ਖੜਦਾ? ਔਖੇ ਵੇਲੇ ਤੇ ਉਹੀ ਖੜੇਗਾ ਨਾ ਜਿਹੜਾ ਸੱਚਾ ਮਿੱਤਰ ਹੋਵੇਗਾ। ਇਸੇ ਕਰਕੇ ਸਾਹਿਬ ਕਹਿੰਦੇ ਨੇ ਸੇਵੀ ਸਾਹਿਬ ਆਪਣਾ। ਤੂੰ ਉਹਨੂੰ ਆਪਣਾ ਸਮਝ ਕੇ ਉਹਦੀ ਜਾਚਨਾ ਕਰ, ਉਹ ਤੇਰਾ ਆਪਣਾ ਹੈ। ਬਾਕੀ ਸਭ ਕੁਝ ਹੀ ਪਰਾਇਆ ਹੈ, ਉਹ ਆਪਣਾ ਹੈ। ਪਰ ਮਾਫ ਕਰਿਓ, ਗੱਲ ਉਲਟ ਹੋ ਗਈ ਹੈ। ਬਾਬਾ ਜੀ ਕਹਿੰਦੇ ਸਭ ਕੁਛ ਆਪਣਾ, ਇੱਕ ਰਾਮ ਫਰਾਇਆ। ਕਹਿੰਦਾ ਇਹ ਮੇਰਾ ਕੰਮ ਥੋੜੀ ਹੈ ਬਾਣੀ ਪੜ੍ਹਨਾ। ਮੇਰਾ ਕੰਮ ਕਿੱਥੇ ਬਾਣੀ ਪੜ੍ਹਨਾ? ਮੇਰਾ ਕੰਮ ਸੇਵਾ ਕਰਨਾ ਨਹੀਂ। ਮੇਰਾ ਕੰਮ ਤੇ ਮਾਇਆ ਕਮਾਉਣਾ ਹੈ। ਮੇਰਾ ਕੰਮ ਤੇ ਸੰਸਾਰ ਦੇ ਪਦਾਰਥਾਂ ਦੇ ਵਿੱਚ ਖਚਿਤ ਹੋਣਾ ਹੈ। ਮੇਰਾ ਕੰਮ ਇਹ ਨਹੀਂ। ਸਭ ਕੁਝ ਆਪਣਾ, ਸਾਰਾ ਕੁਝ ਹੀ ਆਪਣਾ ਬਣਾ ਲਿਆ, ਪਰ ਜਿਹਨੂੰ ਆਪਣਾ ਬਣਾਉਣਾ ਸੀ ਉਹ ਪਰਾਇਆ ਕਰ ਦਿੱਤਾ। ਕਹਿੰਦੇ ਇੱਕੋ ਹੀ ਹੈ ਆਪਣਾ। ਇੱਕ ਬਚਨ ਕਹਿ ਕੇ ਸਮਾਪਤੀ ਕਰਾਂ, ਸਮਾਂ ਜ਼ਿਆਦਾ ਹੋ ਗਿਆ, ਮਾਫ ਕਰਿਓ। ਸਾਹਿਬ ਬਚਨ ਕਰਦੇ ਨੇ ਬਾਣੀ ਵਿੱਚ, ਉਹ ਕਹਿੰਦੇ ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸੰਭਾਲੇ। ਤੇ ਜਿਹਨੇ ਆਪਣਾ ਬਣਾਇਆ ਹੱਥ ਦੇ ਰਾਖੇ ਆਪਣੇ ਕੋ। ਉਹ ਬਚਾਉਂਦਾ ਵੀ ਉਹਨੂੰ ਹੈ ਨਾ ਜਿਹੜਾ ਮੰਨਦਾ ਵੀ ਮੇਰਾ ਪ੍ਰਭ ਹੈ। ਉਹ ਮੰਨਦਾ ਜਿਹੜਾ ਜਿਹਨੇ ਮੰਨ ਲਿਆ ਵੀ ਗੁਰੂ ਮੇਰਾ ਹੈ, ਫੇਰ ਹੀ ਗੁਰੂ ਰਾਖੀ ਕਰੇਗਾ ਨਾ। ਕਿਉਂਕਿ ਭਾਈ ਗੁਰਦਾਸ ਜੀ ਨੇ ਆਖਿਆ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਹੁਣ ਸਾਨੂੰ ਆਸ ਤੇ ਹੈਗੀ ਵੀ ਗੁਰੂ ਕਰੋੜਾਂ ਕਦਮ ਚੱਲ ਕੇ ਆਵੇ। ਗੁਰੂ ਸਾਡੀ ਕਰੋੜਾਂ ਕਦਮ ਚੱਲ ਕੇ ਆਸ ਪੂਰੀ ਕਰੇ। ਭਾਈ ਗੁਰਦਾਸ ਜੀ ਨੇ ਕਿਉਂ ਪਹਿਲਾਂ ਲਿਖਿਆ? ਕਹਿੰਦੇ ਪਰ ਕਰੋੜਾਂ ਕਦਮ ਤੇ ਗੁਰੂ ਚੱਲਣ ਨੂੰ ਤਿਆਰ ਹੈ, ਪਰ ਯਾਦ ਰੱਖ ਇੱਕ ਕਦਮ ਤੈਨੂੰ ਪੁੱਟਣਾ ਪੈਣਾ। ਇੱਕ ਕਦਮ ਤਾਂ ਤੇਰੇ ਵੱਲੋਂ ਸ਼ੁਰੂਆਤ ਹੋਈ, ਸ਼ੁਰੂਆਤ ਤੂੰ ਕਰਨੀ ਹੈ। ਉਸ ਤੋਂ ਬਾਅਦ ਸਾਰਾ ਕੰਮ ਪਰਮੇਸ਼ਰ ਦਾ। ਸ਼ੁਰੂਆਤ ਤੂੰ ਕਰ, ਆਪਣਾ ਉਹਨੂੰ ਜਾਣ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਏ। ਤੇ ਜਿੰਨੇ ਇਹ ਸਮਝ ਲਿਆ, ਕਹਿੰਦੇ ਨਾਨਕ ਤਾਕਾ ਦਾਸ ਹੈ, ਉਹ ਮੇਰਾ ਮਾਲਕ ਤੇ ਮੈਂ ਉਹਦਾ ਸੇਵਕ। ਕੋਈ ਕਹਿ ਸਕਦਾ ਜੀ? ਕੋਈ ਕਹਿੰਦਾ? ਇੱਥੇ ਸੰਸਾਰ ਤੇ ਤਾਂ ਸਾਰੇ ਹੀ ਕਹਿੰਦੇ ਮੈਂ ਮਾਲਕ ਹਾਂ, ਬਾਕੀ ਮੇਰੇ ਚੇਲੇ ਨੇ। ਮੈਂ ਗੁਰੂ ਹਾਂ, ਮੈਂ ਬਾਬਾ ਹਾਂ, ਬਾਕੀ ਚੇਲੇ ਨੇ। ਕੋਈ ਕਹਿੰਦਾ ਵੀ ਨਹੀਂ? ਇਸੇ ਸਿਧਾਂਤ ਨੂੰ ਪਰਥਾਏ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਗਏ, ਉੱਥੇ ਸਾਲਸਰਾਏ ਜੌਹਰੀ ਹੈ, ਉਹ ਮਿਲਦਾ ਹੈ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਦੋਂ ਆਇਆ ਤੇ ਪਹਿਲਾਂ ਉਹਨੇ ਨੌਕਰ ਭੇਜ ਦਿੱਤਾ। ਨੌਕਰ ਆਇਆ, ਨੌਕਰ ਨੇ ਚਰਨਾਂ ਨੂੰ ਹੱਥ ਲਾ ਕੇ ਨਮਸਕਾਰ ਕੀਤੀ। ਗੁਰੂ ਨਾਨਕ ਸਾਹਿਬ ਮਹਾਰਾਜ ਖੁਸ਼ ਹੋਏ, ਉਹਨੂੰ ਨਾਮ ਦੀ ਦਾਤ, ਬੰਦਗੀ ਦੀ ਦਾਤ ਬਖਸ਼ੀ ਦਿੱਤੀ। ਜਦੋਂ ਸਾਲਸਰਾਏ ਸਾਹਮਣੇ ਆਇਆ ਨਾ, ਸਾਲਸਰਾਏ ਕਹਿੰਦਾ ਵੀ ਆਹ ਜਿਹੜਾ ਨੂਰ ਮੇਰੇ ਨੌਕਰ ਦੇ ਚਿਹਰੇ ਤੇ ਹੈ ਨਾ, ਅੱਜ ਤੋਂ ਪਹਿਲਾਂ ਮੈਂ ਵੇਖਿਆ ਨਹੀਂ ਸੀ ਕਦੇ। ਅੱਜ ਵੇਖਿਆ। ਤੁਸੀਂ ਇਹਨੂੰ ਕੀ ਦਿੱਤਾ ਇਹੋ ਜਿਹਾ ਵੀ ਇਹਦਾ ਚਿਹਰਾ ਦਗਦਗ ਕਰਦਾ ਹੈ? ਇਹਦਾ ਤੇ ਜੀਵਨ ਹੀ ਬੜਾ ਸਫਲ ਹੋ ਗਿਆ। ਇੰਜ ਲੱਗਦਾ ਵੀ ਗੁਰੂ ਵਾਲਾ ਬਣ ਗਿਆ। ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਇਹ ਦਾਤ ਦੇ ਦਿਓ, ਮੈਨੂੰ ਵੀ ਦਾਤ ਦੇ ਦਿਓ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹ ਦਾਤ ਹੁਣ ਤੈਨੂੰ ਆਪਣੇ ਨੌਕਰ ਕੋਲ ਲੈਣੀ ਪੈਣੀ। ਇਹ ਕੰਮ ਕੀ ਕਰਦਾ ਹੈ? ਕਹਿੰਦਾ ਜੀ ਮੇਰੇ ਕੱਪੜੇ ਪ੍ਰੈਸ ਕਰਦਾ ਹੈ, ਇਹ ਮੇਰੀ ਜੁੱਤੀ ਸਾਂਭਦਾ ਹੈ, ਇਹ ਮੇਰੇ ਵਾਸਤੇ ਖਾਣਾ ਬਣਾਉਂਦਾ, ਮੇਰਾ ਨੌਕਰ ਹੈ। ਬਾਬਾ ਕਹਿੰਦਾ ਅੱਜ ਤੋਂ ਬਾਅਦ ਇਹ ਤੇਰਾ ਮਾਲਕ ਹੈ, ਤੂੰ ਇਹਦਾ ਨੌਕਰ ਬਣ ਕੇ ਰਹਿਣਾ, ਫਿਰ ਪਾਰ ਉਤਾਰਾ ਹੋਣਾ। ਕਹਿਣ ਦਾ ਭਾਵ ਮਾਲਕ ਤਾਂ ਸਾਰੇ ਬਣਦੇ ਆ, ਉਹ ਕੋਈ ਵਿਰਲਾ ਹੀ ਹੈ ਜਿਹੜਾ ਕਹਿੰਦਾ ਮੈਂ ਉਸ ਪਰਮੇਸ਼ਰ ਦਾ ਨੌਕਰ। ਸਾਹਿਬ ਤੇਰੇ ਨਾਮ ਵਿਟੋਂ
ਬਾਬਾ ਕਹਿੰਦੇ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ। ਬਿੰਦ ਦਾ ਅਰਥ ਹੈ ਖਿਨ ਖਿਨ, ਚੁੱਕ ਚੁੱਕ ਹੋਏ। ਚੁੱਕ ਚੁੱਕ ਦਾ ਅਰਥ ਹੈ ਟੋਟੇ ਟੋਟੇ। ਕਹਿੰਦੇ ਮੈਂ ਖਿਨ ਖਿਨ, ਭਾਵ ਜਿੰਨਾ ਵੀ ਮੇਰੇ ਕੋਲ ਸਮਾਂ, ਥੋੜਾ ਸਮਾਂ ਨਾ, ਹਮ ਆਦਮੀ ਹਾਂ ਇੱਕਦਮ, ਪਰ ਯਾਦ ਰੱਖੀਏ ਕਹਿੰਦੇ ਵੀ ਜਿੰਨਾ ਵੀ ਸਮਾਂ ਨਾ, ਮੈਂ ਆਪਣਾ ਸਮਾਂ ਤੇਰੇ ਤੋਂ ਕੁਰਬਾਨ ਕਰ ਦਿਆਂ। ਚੁੱਕ ਚੁੱਕ ਭਾਵ ਟੋਟੇ ਟੋਟੇ ਕਰਦੇ ਆ, ਬਿੰਦ ਬਿੰਦ ਕਰਦੇ ਆ, ਆਪਣਾ ਆਪ ਕੁਰਬਾਨ ਕਰਦੇ ਆ, ਭਾਵ ਤੇਰੇ ਲੇਖੇ ਲਾ ਦੇ। ਸੌਖਾ ਸਮਝਣਾ ਨਾ ਇਸ ਪੰਕਤੀ ਨੂੰ ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿੰਦੇ ਬਹੁਤ ਜਨਮ ਵਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਅਸ ਲਗ ਜੀਵੋਂ ਚਿਰ ਪਇਓ ਦਰਸ਼ਨ ਦੇਖੇ, ਸਾਹਿਬ ਤੇਰੇ ਨਾਮ ਵਿਟੋਂ। ਵਿਟੋਂ ਦਾ ਅਰਥ ਹੈ ਤੋਂ, ਵੀ ਤੇਰੇ ਨਾਮ ਤੋਂ ਬਿੰਦ ਬਿੰਦ ਖਿਨ ਖਿਨ ਚੁੱਖ ਚੁੱਖ ਹੋਏ, ਭਾਵ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਣਾ। ਬੰਦਾ ਸਾਰਾ ਕੁਝ ਕੁਰਬਾਨ ਕਰ ਦਿੰਦਾ ਹੈ, ਪਰ ਆਪਣਾ ਆਪ ਗੁਰੂ ਤੋਂ ਕੁਰਬਾਨ ਨਹੀਂ ਕਰਦਾ। ਸਾਰਾ ਕੁਝ ਕੁਰਬਾਨ ਕਰ ਦਿੰਦਾ। ਭਗਤ ਕਬੀਰ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ ਤੂੰ ਤੇ ਆਪਣਾ ਜਿਹੜੇ ਤੇਰੇ ਕੋਲ ਚੰਗਿਆਈ ਸੀ ਤੂੰ ਤੇ ਉਹ ਵੀ ਕੁਰਬਾਨ ਕਰ ਦਿੱਤੀ। ਕਿਉਂ ਕੁਰਬਾਨ ਕਰ ਦਿੱਤੀ? ਬਹੁ ਪਰਪੰਚ ਕਰ ਪਰ ਧਨ ਲਿਆਵੇਂ, ਸੁਤ ਦਾਰਾ ਪੈ ਆਨ ਲੁਟਾਵੇਂ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪਹਿਲੀ। ਤੂੰ ਤੇ ਕੁਰਬਾਨ ਕੀਤਾ ਹੀ ਹੈ ਨਾ, ਇਮਾਨਦਾਰੀ ਕੁਰਬਾਨ ਕਰ ਦਿੱਤੀ। ਬੇਈਮਾਨੀ ਲੈ ਆਂਦੀ ਵੀ ਮੈਂ ਠੱਗੀ ਮਾਰ ਕੇ ਪਰਿਵਾਰ ਦੀਆਂ ਖਾਸ਼ਾਂ ਨੂੰ ਪੂਰਾ ਕਰਦਿਆਂ, ਬੱਚਿਆਂ ਦੀਆਂ ਲੋੜਾਂ ਨੂੰ ਮੈਂ ਪੂਰਾ ਕਰਦਿਆਂ, ਘਰ ਵਾਲੀ ਦੀ ਡਿਮਾਂਡਾਂ ਪੂਰੀਆਂ ਕਰਦਿਆਂ, ਕੋਈ ਨਹੀਂ ਕਿਸੇ ਦੀ ਜੇਬ ਵੱਢਣੀ ਪਏ ਤੇ ਮੈਂ ਵੱਢ ਦੇਵਾਂ। ਪਰ ਬਾਬਾ ਜੀ ਕਹਿੰਦੇ ਤੂੰ ਕੁਰਬਾਨ ਤੇ ਕੀਤਾ ਹੀ ਹੈ ਨਾ, ਤੂੰ ਉਹ ਇਮਾਨਦਾਰੀ ਕੁਰਬਾਨ ਨਾ ਕਰ, ਤੂੰ ਸਗੋਂ ਗੁਰੂ ਤੋਂ ਆਪਣੀਆਂ ਜਿਹੜੇ ਔਗਣ ਨੇ ਕੁਰਬਾਨ ਕਰਦੇ ਗੁਣ ਲੈ ਲੈ ਗੁਰੂ ਕੋਲ। ਆਓ ਅਸੀਂ ਸਾਰੇ ਰਲ ਕੇ ਮੇਰੇ ਸਮੇਤ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ। ਸਤਿਗੁਰੂ ਜੀ ਕਿਰਪਾ ਕਰੋ, ਰੱਖੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਧਾਰੇ। ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲੈ। ਸੇਵਾ ਕਛੂ ਨਾ ਜਾਣੋ ਨੀਚ ਮੂਰਖਾਰੇ, ਮਾਨ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨਹਾਰੇ। ਤੂੰ ਬਖਸ਼ ਲੈ, ਅਸੀਂ ਅਪਰਾਧੀ ਹਾਂ ਸਤਿਗੁਰੂ ਜੀ, ਸਾਡੇ ਕੋਲ ਗਲਤੀਆਂ ਹੋ ਜਾਂਦੀਆਂ ਨੇ, ਪਰ ਤੂੰ ਕਿਰਪਾ ਕਰਕੇ ਸਾਨੂੰ ਬਖਸ਼ ਲੈ। ਫਿਰ ਜਦੋਂ ਜਿਹਨੂੰ ਗੁਰੂ ਬਖਸ਼ਦਾ ਤੇ ਦਾ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਵਿਚਾਰਾਂ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਜੀ, ਬਖਸ਼ ਲੈਣਾ। ਆਓ ਆਨੰਦ ਸਾਹਿਬ ਦਾ ਪਾਠ ਕਰੀਏ, ਫਿਰ ਸਮਾਪਤੀ ਹੈ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਮ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਏ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ, ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਘਰ ਤਾਂ ਤੇਰਾ ਸਭ ਕਿਛ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੀ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਂ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਜਨ ਕੋ ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਭਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤੂੰ